ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਗੁਰਮਤ ਕੁਐਸਚਨ ਆਨਸਰ ਅਸੀਂ ਫਿਰ ਆਇਆ ਹਰ ਸੈਟਰਡੇ ਦੀ ਤਰ੍ਹਾਂ 5 o'clock, ਜਿੱਥੇ ਭਾਈ ਸਾਹਿਬ ਗਿਆਨੀ ਜਸਪ੍ਰੀਤ ਸਿੰਘ ਜੀ ਸਾਨੂੰ ਹਰ ਹਫਤੇ ਇੱਕ ਸਵਾਲ ਦਾ ਜਵਾਬ ਗੁਰਮਤ ਦੇ ਹਿਸਾਬ ਨਾਲ, ਜੋ ਗੁਰਮਤ ਵਿੱਚ ਪ੍ਰਵਾਨ ਹੈ, ਉਸ ਦੇ ਹਿਸਾਬ ਨਾਲ ਦੱਸਦੇ ਹਨ ਕਿ ਕੀ ਸਹੀ ਤਰੀਕਾ ਹੈ। ਔਰ ਇੱਕ ਛੋਟੀ ਜੀ ਕੋਸ਼ਿਸ਼ ਹੈ ਸਾਰਿਆਂ ਨੂੰ ਗੁਰਮਤ ਦੇ ਨਾਲ ਜੋੜਨ ਦੀ ਤੇ ਵਹਿਮ ਤੇ ਭਰਮ ਦੂਰ ਕਰਨ ਦੀ। ਭਾਈ ਸਾਹਿਬ ਜੀ, ਅੱਜ ਸਵਾਲ ਹੈ ਸਮਥਿੰਗ ਵੈਰੀ ਬੇਸਿਕ ਜੋ ਅਸੀਂ ਦੇਖਦੇ ਔਰ ਸੁਣਨੇ ਆ, ਨਿਤਨੇਮ। ਸਾਨੂੰ ਅੱਜ ਤੁਸੀਂ ਦੱਸੋ ਕਿ ਨਿਤਨੇਮ ਕੀ ਹੈ? ਨਿਤਨੇਮ, what is ਨਿਤਨੇਮ, what is its ਤੇ ਕਨਸੈਪਟ ਨਿਤਨੇਮ ਦਾ ਕਿਸ ਤਰ੍ਹਾਂ ਗੁਰਮਤਿ ਵਿੱਚ ਆਇਆ ਹੈ ਤੇ ਇਸ ਦੀ ਕੀ ਇੰਪੋਰਟੈਂਸ ਹੈ ਸਾਡੀ ਲਾਈਫ ਵਿੱਚ? ਠੀਕ ਹੈ, ਇੱਕ ਵਾਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਤਨੇਮ ਕੀ ਹੈ? ਨਿਤਨੇਮ ਬੇਸਿਕਲੀ ਦੋ ਸ਼ਬਦਾਂ ਤੋਂ ਬਣਿਆ ਹੈ, ਨਿਤਯ ਪਲਸ ਨੇਮ। ਨਿਤ ਮੀਨਸ ਹੁੰਦਾ ਹੈ ਰੋਜ਼, ਔਰ ਨੇਮ ਦਾ ਮਤਲਬ ਹੁੰਦਾ ਹੈ ਕਿਰਿਆ। ਤੇ ਨਿਤਨੇਮ ਦਾ ਅਰਥ ਬਣੇਗਾ ਉਹ ਕਿਰਿਆ ਜਿਹੜੀ ਰੋਜ਼ ਨਿਭਾਈ ਜਾਂਦੀ ਹੈ, ਜਿਹੜੀ ਰੋਜ਼ ਨਿਭਾਉਣ ਦਾ ਪ੍ਰਯੋਜਨ ਹੋਵੇ। ਗੁਰਮਤ ਦੇ ਵਿੱਚ, ਜਾਂ ਅਸੀਂ ਆਖ ਸਕਦੇ ਹਾਂ ਗੁਰਸਿੱਖੀ ਦੇ ਵਿੱਚ, ਜਿਹੜਾ ਨਿਤਨੇਮ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ, ਆਪਨੇ ਨਾਲ ਇਹ ਵੀ ਪੁੱਛਿਆ ਕਿ ਇਸਨੇ ਸਿੱਖੀ ਵਿੱਚ ਕਦੋਂ ਪ੍ਰਵੇਸ਼ ਕੀਤਾ ਹੈ, ਕਦੋਂ ਇਹ ਸ਼ੁਰੂ ਹੋਇਆ ਹੈ। ਤੇ ਜੇਕਰ ਅਸੀਂ ਆਪਣਾ ਸਿੱਖ ਇਤਿਹਾਸ ਪੜਾਂਗੇ, ਔਰ ਜੇਕਰ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜਾਂਗੇ, ਜਨਮ ਸਾਖੀਆਂ ਪੜਾਂਗੇ, ਤੇ ਸਾਨੂੰ ਇੱਕ ਗੱਲ ਪਤਾ ਲੱਗ ਜਾਵੇਗੀ, ਜਿਹੜਾ ਨਿਤਨੇਮ ਹੈ ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖੀ ਵਿੱਚ ਆ ਚੁੱਕਿਆ ਹੈ। ਇੱਕ ਵੱਖਰੀ ਗੱਲ ਹੈ ਉਸ ਸਮੇਂ ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਿਤਨੇਮ ਦਾ ਸਰੂਪ ਹੈ ਉਹਦੇ ਵਿੱਚ ਇੱਕ ਅੰਤਰ ਹੈ। ਉਸ ਵੇਲੇ ਦਾ ਨਿਤਨੇਮ ਕੀ ਸੀ? ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੇਲੇ ਦਾ ਨਿਤਨੇਮ, ਭਾਵੇਂ ਸਤਿਗੁਰੂ ਜੀ ਸੁਲਤਾਨਪੁਰ ਦੀ ਧਰਤੀ ਤੇ ਸਨ, ਤੇ ਭਾਵੇਂ ਸਤਿਗੁਰੂ ਜੀ ਕਰਤਾਰਪੁਰ ਦੀ ਧਰਤੀ ਤੇ ਆਏ, ਭਾਵੇਂ ਸਤਿਗੁਰੂ ਜੀ ਉਦਾਸੀਆਂ ਦੇ ਵਿੱਚ ਸਨ, ਸਤਿਗੁਰੂ ਜੀ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਿਆ ਕਰਦੇ ਸਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਦੇ ਸਨ। ਇਹਦਾ ਜ਼ਿਕਰ ਸਾਨੂੰ ਜਪਜੀ ਸਾਹਿਬ 'ਚ ਮਿਲੇਗਾ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਉ ਅਪਾਰ, ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ, ਪ੍ਰਸ਼ਨ ਹੈ ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਏ, ਜਿਸ ਸੁਣ ਧਰੇ ਪਿਆਰ। ਕਿ ਅਸੀਂ ਕਿਹੜੀ ਭੇਟਾ ਰੱਬ ਦੇ ਅੱਗੇ ਰੱਖੀਏ, ਮੂੰਹ ਤੋਂ ਕਿਹੜੇ ਬੋਲ ਬੋਲੀਏ ਜਿਹਦੇ ਨਾਲ ਰੱਬ ਸਾਨੂੰ ਪਿਆਰ ਕਰਨ ਲੱਗ ਪਵੇ, ਸਾਨੂੰ ਰੱਬ ਦਾ ਦਰਸ਼ਨ ਹੋ ਜਾਵੇ, ਉਹਦਾ ਅਨੁਭਵ ਹੋ ਜਾਵੇ। ਤੇ ਗੁਰੂ ਸਾਹਿਬ ਜੀ ਨੇ ਇਹਦਾ ਉੱਤਰ ਅੰਮ੍ਰਿਤ ਵੇਲੇ ਵਿੱਚ ਛੁਪਾਇਆ ਹੈ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕਪੜਾ, ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। तो गुरु नानक साहब जी ने खुद इस रोल ਨੂੰ ਆਪ ਆਪਣੀ ਸਾਰੀ ਜ਼ਿੰਦਗੀ ਵਿੱਚ ਨਿਭਾਇਆ ਹੈ। ਇਸ ਤੋਂ ਬਾਅਦ 9 ਗੁਰੂ ਸਾਹਿਬਾਨ ਨੇ ਜੋ ਉਹਨਾਂ ਦੇ ਜਾਨਸ਼ੀਨ ਹੋਏ, ਉਹਨਾਂ ਨੇ ਇਸ ਸਾਰੇ ਰੂਲ ਨੂੰ ਨਿਭਾਇਆ। ਅੰਮ੍ਰਿਤ ਵੇਲਾ ਸੰਭਾਲਣ ਦਾ ਉਹ ਜਿਹੜਾ ਸਮਾਂ ਹੈ, ਇੱਥੇ ਇੱਕ ਬੇਨਤੀ ਹੋਰ ਵੀ ਕਰਦੇ ਹਾਂ। ਅੰਮ੍ਰਿਤ ਵੇਲੇ ਦੇ ਸਮੇਂ ਨੂੰ ਲੈ ਕੇ ਬਹੁਤ ਕਨਫਿਊਜ਼ਨਸ ਵੀ ਲੋਕਾਂ ਦੇ ਜੀਵਨ ਵਿੱਚ ਅਕਸਰ ਆ ਜਾਂਦੀਆਂ ਹਨ। ਬੇਸਿਕਲੀ ਅੰਮ੍ਰਿਤ ਵੇਲਾ ਕੀ ਹੈ? ਰਾਤ ਦਾ ਆਖਰੀ ਪਹਿਰ, ਦ ਲਾਸਟ 3 hours ਆਫ ਨਾਈਟ। ਇਹਨੂੰ ਇੰਚ ਸਮਝ ਸਕਦੇ ਹੋ, ਸੂਰਜ ਸਨਰਾਈਜ਼ ਤੋਂ ਪਹਿਲਾਂ, ਸੂਰਜ ਉਹਦੇ ਤੋਂ ਪਹਿਲਾਂ ਦੇ 3 ਘੰਟੇ, ਇਹਨੂੰ ਅਸੀਂ ਅੰਮ੍ਰਿਤ ਵੇਲਾ ਆਖਦੇ ਹਾਂ। ਜੇ ਸੂਰਜ 6 ਵਜੇ ਉਗ ਰਿਹਾ ਹੈ ਤੇ ਅੰਮ੍ਰਿਤ ਵੇਲਾ 3 ਵਜੇ ਸ਼ੁਰੂ ਹੋ ਜਾਏਗਾ। ਜੇ ਸੂਰਜ 7 ਵਜੇ ਉਗ ਰਿਹਾ ਹੈ ਤੇ ਅੰਮ੍ਰਿਤ ਵੇਲਾ 4 ਵਜੇ ਸ਼ੁਰੂ ਹੋ ਜਾਏਗਾ। ਇੱਕ ਮੋਟੀ ਜਿਹੀ ਸਮਝ ਵਾਸਤੇ, ਅਕੋਰਡਿੰਗ ਟੂ ਮੌਸਮ ਔਰ ਉਹਦੇ ਹਿਸਾਬ ਨਾਲ, ਰਿਤੂਆਂ ਦੇ ਹਿਸਾਬ ਨਾਲ ਅਸੀਂ ਥੋੜਾ ਜਿਹਾ ਪਰਿਵਰਤਨ ਕਰ ਸਕਦੇ ਹਾਂ। ਈਵਨ ਵੇਖਦੇ ਹਾਂ ਹਰਿਮੰਦਰ ਸਾਹਿਬ ਜੀ ਦੇ ਵਿੱਚ ਵੀ ਜੋ ਰਹਿਰਾਸ ਸਾਹਿਬ ਜੀ ਦਾ ਸਮਾਂ ਹੈ, ਆਸਾ ਦੀ ਵਾਰ ਦਾ ਪ੍ਰਕਾਸ਼ ਦਾ ਸਮਾਂ ਹੈ, ਉਹ ਇਸੇ ਮਰਿਆਦਾ ਦੇ ਮੁਤਾਬਕ ਚੇਂਜ ਹੋ ਜਾਂਦਾ ਹੈ। ਸੂਰਜ ਉਗਣ ਤੋਂ 3 ਘੰਟੇ ਪਹਿਲੇ ਅੰਮ੍ਰਿਤ ਵੇਲਾ ਮਿਥਿਆ ਜਾਂਦਾ ਹੈ, ਔਰ ਉਸੇ ਸਮੇਂ ਆਸਾ ਕੀ ਵਾਰ ਦਾ ਕੀਰਤਨ ਉੱਥੇ ਦਰਬਾਰ ਸਾਹਿਬ ਦਾ ਨਿਤਨੇਮ ਆਸਾ ਦੀ ਵਾਰ, ਜੋ ਸਾਡਾ ਜਮਾਤੀ ਨੇਮ ਹੈ। ਤੋ ਪ੍ਰਵੇਸ਼ ਨਿਤਨੇਮ ਨੇ ਸਾਡੇ ਸਮਾਜ ਵਿੱਚ ਜਾਂ ਸਿੱਖ ਪੰਥ ਦੇ ਵਿੱਚ, ਸਿੱਖ ਮਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਹੀ ਕੀਤਾ ਹੈ। ਉਸ ਵੇਲੇ ਦਾ ਨਿਤਨੇਮ ਕੀ ਸੀ? ਭਾਈ ਗੁਰਦਾਸ ਜੀ ਆਖਦੇ ਹਨ, ਸੋਦਰ ਆਰਤੀ ਗਾਵੀਏ,
ਸ਼ਾਮ ਵੇਲੇ ਦਾ ਨਿਤਨੇਮ ਹੁੰਦਾ ਸੀ ਸੋਦਰ ਦਾ ਪਾਠ, ਔਰ ਉਸ ਤੋਂ ਬਾਅਦ ਆਰਤੀ ਦਾ ਸ਼ਬਦ। ਆਰਤੀ ਕਰੀਏ ਨਹੀਂ ਕਿ ਆਰਤੀ ਗਾਵੀਏ, ਇਹ ਗੱਲ ਬੜੀ ਸਮਝਣ ਵਾਲੀ ਹੈ। ਅੱਜ ਜਿਵੇਂ ਅਸੀਂ ਵੇਖਦੇ ਹਾਂ ਕਿ ਕਈ ਥਾਵਾਂ ਤੇ ਆਰਤੀਆਂ ਕੀਤੀਆਂ ਜਾਂਦੀਆਂ, ਆਰਤੀ ਕਰਨੀ ਨਹੀਂ, ਆਰਤੀ ਗਾਣੀ ਹੈ। ਕਰਨ ਔਰ ਗਾਣ ਵਿੱਚ ਬੜਾ ਵੱਡਾ ਅੰਤਰ ਹੈ। ਕਿਸੇ ਦਿਨ ਇਸ ਗੱਲ ਨੂੰ ਅਸੀਂ ਸਮਝਾਂਗੇ। ਅੰਮ੍ਰਿਤ ਵੇਲੇ ਜਾਪ ਉਚਾਰਾ, ਜਾਪ ਸ਼ਬਦ ਇੱਥੇ ਜਿੱਥੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੈ, ਉੱਥੇ ਸਪੈਸੀਫਿਕਲੀ ਜਪਜੀ ਸਾਹਿਬ ਦੀ ਬਾਣੀ ਦੇ ਲਈ ਜਾਪ ਇੱਥੇ ਜਪਜੀ ਸਾਹਿਬ ਜੀ ਦੀ ਬਾਣੀ ਵਾਸਤੇ ਆਇਆ ਹੈ ਕਿ ਅੰਮ੍ਰਿਤ ਵੇਲੇ ਉਸ ਪਰਮਾਤਮਾ ਦੇ ਨਾਮ ਦਾ ਜਾਪ ਵੀ ਕੀਤਾ ਜਾਂਦਾ ਸੀ ਤੇ ਜਪਜੀ ਸਾਹਿਬ ਦਾ ਪਾਠ ਵੀ ਕੀਤਾ ਜਾਂਦਾ ਸੀ। ਇਹ ਨਿਤਨੇਮ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਉਮਤ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਿੱਤਾ। ਇਸ ਤੋਂ ਬਾਅਦ ਸਮਾਂ ਬਦਲਦਾ ਗਿਆ। ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਆਸਾ ਦੀ ਵਾਰ ਰਚਨਾ ਕੀਤੀ ਗਈ। ਆਸਾ ਦੀ ਵਾਰ ਬੇਸਿਕਲੀ ਰਚਨਾ ਤੇ ਗੁਰੂ ਨਾਨਕ ਦੇਵ ਜੀ ਦੀ ਹੈ, ਜਿਹਦੇ ਵਿੱਚ ਪੌੜੀਆਂ ਹਨ। ਮੂਲ ਰਚਨਾ ਆਸਾ ਦੀ ਵਾਰ ਪੌੜੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਵੇਲੇ ਇਹਨਾਂ ਪੌੜੀਆਂ ਦੇ ਨਾਲ ਸ਼ਲੋਕ ਜੋੜ ਦਿੱਤੇ ਗਏ। ਜੇ ਆਪ ਪੜੋਗੇ ਕਿ ਉੱਥੇ ਸਿਰਲੇਖ ਲਿਖਿਆ ਹੈ, ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ। ਸ਼ਲੋਕ ਮਹੱਲਾ ਪਹਿਲਾ, ਬਲਿਹਾਰੀ ਗੁਰ ਆਪਣੇ ਦਿਵਹੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਇੱਥੋਂ ਆਸਾ ਦੀ ਵਾਰ ਬਾਣੀ ਵੀ ਔਰ ਉਹਦੀ ਹੈਡਿੰਗ ਵੀ ਸ਼ੁਰੂ ਹੁੰਦੀ ਹੈ। ਹਰਮੰਦਰ ਸਾਹਿਬ ਜੀ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਗਿਆ। ਇਹ ਉਸ ਵੇਲੇ ਦਾ ਸੰਗਤੀ ਨਿਤਨੇਮ ਬਣਿਆ। ਅਜੋਕੇ ਸਮੇਂ ਦੇ ਵਿੱਚ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਅੱਜ ਸਿੱਖ ਨੂੰ ਹਿਦਾਇਤ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ 1699 ਈਸਵੀ ਦੇ ਵਿੱਚ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਜਿਹੜਾ ਨਿਤਨੇਮ ਸੀ ਉਹ ਬਦਲ ਦਿੱਤਾ ਹੈ। ਅੱਜ ਸਿੱਖ ਰਹਿਤ ਮਰਿਆਦਾ ਹੈ ਜਿਹੜੀ ਸਾਡੀ, ਉਹਦੇ ਵਿੱਚ ਜਿਹੜਾ ਸਾਡਾ ਮਿਨੀਮਮ ਨਿਤਨੇਮ ਹੈ, ਮਿਨੀਮਮ, ਇੱਥੇ ਹੁਣ ਕਿੰਤੂ ਪਰੰਤੂ ਕਈ ਲੋਕ ਕਰਦੇ ਨੇ ਕਿ ਉੱਥੇ 3 ਬਾਣੀਆਂ ਲਿਖੀਆਂ ਸਵੇਰ ਵੇਲੇ ਦੀਆਂ, ਲੇਕਿਨ ਉਹ ਮਿਨੀਮਮ ਹਨ। ਤੁਹਾਨੂੰ ਕਿਸੇ ਨੇ ਮਨਾ ਨਹੀਂ ਕੀਤਾ ਵੀ ਤੁਸੀਂ 5 ਬਾਣੀਆਂ ਨਾ ਪੜੋ, ਤਾਂ ਕੋਈ ਨਹੀਂ ਕਹਿੰਦਾ ਵੀ 5 ਬਾਣੀਆਂ ਨਾ ਪੜੋ, ਤੁਸੀਂ ਪੜੋ, 5 ਪੜੋ, 7 ਪੜੋ, 10 ਪੜੋ, ਪਰ ਮਿਨੀਮਮ ਜਿਹੜਾ ਨਿਤਨੇਮ ਹੈ ਉਹ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਡੀ 2 ਪ੍ਰਕਾਰ ਦੀ ਰਹਿਣੀ ਲਿਖੀ ਗਈ ਹੈ। ਪਹਿਲੀ ਹੈ ਸ਼ਖਸੀ ਰਹਿਣੀ ਔਰ ਸੈਕੰਡ ਹੈ ਪੰਥਕ ਰਹਿਣੀ। ਸ਼ਖਸੀ ਰਹਿਣੀ ਦੇ ਵਿੱਚ ਨਾਮ ਬਾਣੀ ਦਾ ਅਭਿਆਸ ਹੈ, ਗੁਰਮਤਿ ਦੀ ਰਹਿਣੀ ਹੈ, ਇਤਿਆਦਕ ਇਹ ਰਹਿਣੀਆਂ। ਤੇ ਅਸਾਂ ਨੇ ਜਦੋਂ ਸ਼ਖਸੀ ਰਹਿਣੀ ਭਾਵ ਇੰਡੀਵਿਜੂਅਲ ਆਪਣੀ ਰਹਿਤ ਨਿਭਾਉਣੀ ਹੈ, ਤੇ ਇਹ ਗੱਲ ਬੜੀ ਸਮਝਣ ਵਾਲੀ ਹੈ ਜੋ ਅਸੀਂ ਨਹੀਂ ਸਮਝ ਪਾ ਰਹੇ ਹਾਂ, ਜਿਸ ਕਰਕੇ ਅਸੀਂ ਨਿਤਨੇਮ ਤੋਂ ਅਲੱਗ ਹੋ ਚੁੱਕੇ ਹਾਂ। ਜਿਹੜੀ ਸਾਡੀ ਸ਼ਖਸੀ ਰਹਿਣੀ ਹੈ, ਇੰਡੀਵਿਜੂਅਲ ਰਹਿਣੀ ਹੈ, ਜੋ ਅਸੀਂ ਘਰ ਦੇ ਵਿੱਚ ਨਿਭਾਉਣੀ ਹੈ, ਨਿਤਨੇਮ ਸਾਡਾ ਘਰ ਦਾ ਅੰਗ ਹੈ, ਘਰ ਵਿੱਚ ਪਰਫਾਰਮ ਕਰਨ ਵਾਲੀ ਕਿਰਿਆ। ਉਸ ਵਿੱਚ ਅਸਾਂ ਨੇ ਕੀ ਕਰਨਾ ਹੈ, ਸਾਨੂੰ ਸਪੈਸੀਫਿਕਲੀ ਉੱਥੇ ਬੋਲ ਲਿਖੇ ਹੋਏ ਹਨ ਕਿ ਸਿੱਖ ਪਹਿਰ ਰਾਤ ਰਹਿੰਦੀ ਉੱਠੇ ਜਾਗ ਜਾਵੇ। ਪਹਿਰ ਰਾਤ ਰਹਿੰਦੀ ਦਾ ਮਤਲਬ ਜਦੋਂ ਰਾਤ 3 ਘੰਟੇ ਹਲੇ ਰਹਿੰਦੀ ਹੈ, ਸੂਰਜ ਨਿਕਲਣ ਤੋਂ ਤਕਰੀਬਨ 3 ਘੰਟੇ ਪਹਿਲੇ ਦਾ ਸਮਾਂ, ਉੱਠ ਕੇ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰੇ। ਉੱਠਦਿਆਂ ਸਾਰ ਅਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਸਭ ਤੋਂ ਪਹਿਲਾਂ, ਜੋ ਹਿਦਾਇਤ ਹੈ ਉੱਠਦਿਆਂ ਸਾਰ। ਉਸ ਤੋਂ ਬਾਅਦ ਜੀ ਆਪਣੀ ਨਿਤ ਦੀ ਕਿਰਿਆ ਸ਼ੌਚ ਔਰ ਇਸ਼ਨਾਨ ਆਦਿਕ ਕਰਕੇ ਸੁਚੇਤ ਹੋ ਜਾਵੇ। ਉਸ ਤੋਂ ਬਾਅਦ ਇਹਨਾਂ ਬਾਣੀਆਂ ਦਾ ਪਾਠ ਕਰੇ। ਉਹ 3 ਬਾਣੀਆਂ ਕਿਹੜੀਆਂ? ਜਪ, ਜਾਪ ਅਤੇ ਸਵਈਏ ਸ਼ਰਾਵਕ ਸੁਧ ਵਾਲੇ। ਇਹ ਸਾਡੀ ਸਿੱਖ ਰਹਿਤ ਮਰਿਆਦਾ ਦੇ ਬੋਲ ਹਨ। ਐਜ਼ ਇਟ ਇਜ਼ ਮੈਂ ਕੋਟ ਕੀਤੇ ਹਨ ਤੁਹਾਨੂੰ। ਜਪ ਮੀਨਸ ਜਪਜੀ ਸਾਹਿਬ, ਜਾਪ ਮੀਨਸ ਜਾਪ ਸਾਹਿਬ 10ਵੇਂ ਪਾਤਸ਼ਾਹ ਦੀ ਬਾਣੀ, ਔਰ ਤਵ ਪ੍ਰਸਾਦ ਸਵਈਏ ਜਿਹਨੂੰ ਸ਼ਰਾਵਕ ਸੁਧ ਵਾਲੇ ਸਵਈਏ ਕਹਿੰਦੇ, 10 ਸਵਈਏ ਹਨ। ਇਸ ਤੋਂ ਬਾਅਦ ਕਹਿੰਦੇ ਹਨ ਸੰਧਿਆ ਵੇਲੇ ਸਿੱਖ ਰਹਿਰਾਸ ਸਾਹਿਬ ਦਾ ਸੋਦਰ ਦਾ ਪਾਠ ਕਰੇ। ਰਹਿਰਾਸ ਸਾਹਿਬ ਦਾ ਪੂਰਾ ਸਰੂਪ ਦੱਸਿਆ ਗਿਆ ਹੈ, ਜਿਹਦੇ ਵਿੱਚ ਸੋਦਰ ਦਾ ਸ਼ਬਦ ਹੈ ਪੂਰਾ। ਉਸ ਤੋਂ ਬਾਅਦ ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਆਖਾਂ ਜੀਵਾਂ ਵਿਸਰੈ ਮਰ ਜਾਉ। ਫਿਰ ਰਾਗ ਗੁਜਰੀ ਮਹੱਲਾ ਚੌਥਾ, ਰਾਗ ਗੁਜਰੀ ਮਹੱਲਾ ਪੰਜਵਾਂ, ਫਿਰ ਸੋ ਪੁਰਖ। ਇਸ ਤੋਂ ਬਾਅਦ ਤੂੰ ਕਰਤਾ ਸਚਿਆਰ ਮੈਂਡਾ ਸਾਈ। ਇਸ ਤੋਂ ਬਾਅਦ ਤਿਤ ਸਰਵਰੜੈ ਪਹਿਲੇ ਨਿਵਾਸਾ ਤੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਠੀਕ ਹੈ ਜੀ, ਇਹ ਤਕਰੀਬਨ ਇਹ ਸ਼ਬਦਾਂ ਦਾ ਉੱਥੇ ਜ਼ਿਕਰ ਆਇਆ। ਫਿਰ ਕਬੀਓ ਬਾਚ ਬੇਨਤੀ ਚੌਪਈ, ਜਿਹਦੇ 5 ਪਦੇ ਅਸਾਂ ਨੇ ਪੜ੍ਹਨੇ। ਇੱਕ ਉੱਥੋਂ ਲੈ ਕੇ ਹਮਰੀ ਕਰੋ ਹਾਥ ਦੇ ਰੱਛਾ ਤੋਂ ਦੁਸ਼ਟ ਦੋਖ ਤੇ ਲਿਹੋ ਬਚਾਈ। ਇਹ ਬਕਾਇਦਾ ਸਾਡੀ ਸਿੱਖ ਰਹਿਤ ਮਰਿਆਦਾ ਜੀ ਪੂਰਾ ਰਹਿਰਾਸ ਸਾਹਿਬ ਦਾ ਸਰੂਪ ਦਿੱਤਾ ਹੈ। ਇਸ ਤੋਂ ਬਾਅਦ ਦੋਹਰਾ, ਸਵਈਆ, 6 ਪੌੜੀਆਂ ਆਨੰਦ ਸਾਹਿਬ, ਮੁੰਦਾਵਣੀ ਤੇ ਤੇਰਾ ਕੀਤਾ ਜਾਤੋ ਨਾ। ਇਹ ਸਾਡਾ ਪੰਥ ਪ੍ਰਮਾਣਿਤ ਰਹਿਰਾਸ ਸਾਹਿਬ, ਜਿਹਨੂੰ ਸੋਦਰ ਰਹਿਰਾਸ ਸਾਹਿਬ ਕਹਿੰਦੇ ਹਾਂ, ਸਾਡਾ ਸਰੂਪ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ। ਤੇ ਨਾਲ ਲਿਖਿਆ ਹੈ
ਕਿ ਸੌਣ ਤੋਂ ਪਹਿਲਾਂ ਸੋਹਿਲਾ ਦੀ ਬਾਣੀ ਦਾ ਪਾਠ ਕਰੇ। ਸੋਹਿਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿਹਨੂੰ ਆਮ ਲੋਕੀ ਕੀਰਤਨ ਸੋਹਿਲਾ ਵੀ ਕਹਿੰਦੇ ਨੇ। ਓਰੀਜਨਲੀ ਬਾਣੀ ਦਾ ਨਾਮ ਸੋਹਿਲਾ ਹੈ। ਅੱਛਾ ਜੀ। ਇੱਕ ਹਿਦਾਇਤ ਹੋਰ ਲਿਖੀ ਹੋਈ ਹੈ ਕਿ ਸਵੇਰ ਵੇਲੇ ਦੇ ਨੇਮ ਔਰ ਸੰਧਿਆ ਵੇਲੇ ਦੇ ਨੇਮ ਤੋਂ ਬਾਅਦ ਅਰਦਾਸ ਕਰਨੀ ਕੰਪਲਸਰੀ, ਬਿਲਕੁਲ ਕੰਪਲਸਰੀ ਹੈ। ਸਵੇਰ ਵੇਲੇ ਦਾ ਜਿਹੜਾ ਨੇਮ ਹੋਏਗਾ ਅੰਮ੍ਰਿਤ ਵੇਲੇ ਦਾ, ਪੂਰੀ ਅਰਦਾਸ ਜੋ ਰਹਿਤ ਮਰਿਆਦਾ 'ਚ ਲਿਖੀ ਹੋਈ ਹੈ, ਪ੍ਰਥਮ ਭਗਵਤੀ ਸਿਮਰ ਕੈ ਵਾਲੀ ਅਰਦਾਸ, ਇੱਕ ਇੱਕ ਵਰਡ ਅਰਦਾਸ ਦਾ ਐਜ਼ ਇਟ ਇਜ਼ ਕਰਨਾ ਹੈ। ਸਾਡੀ ਪੰਥਕ ਅਰਦਾਸ ਹੈ। ਆਪਣੇ ਲਈ ਜਦੋਂ ਕਰੋ ਤੁਸੀਂ ਸਿੱਧਾ ਕਹਿ ਦੋ ਬਾਬਾ ਜੀ ਮੇਰਾ ਇਹ ਕੰਮ ਕਰ ਦਿਓ, ਇਹ ਕੰਮ ਕਰ ਦਿਓ। ਪਰ ਜਦੋਂ ਨਿਤਨੇਮ ਤੋਂ ਬਾਅਦ ਕਰਨੀ ਹੈ ਅਰਦਾਸ, ਪੂਰੀ ਅਰਦਾਸ ਜੋ ਰਹਿਤ ਮਰਿਆਦਾ 'ਚ ਲਿਖੀ ਹੈ ਵਰਡ ਬਾਏ ਵਰਡ ਉਹ ਕਰਨੀ ਹੈ। ਸ਼ਾਮ ਨੂੰ ਸੋਦਰ ਤੋਂ ਬਾਅਦ ਅਰਦਾਸ ਬਿਲਕੁਲ ਵਰਡ ਬਾਏ ਵਰਡ ਉਹੀ ਕਰਨੀ ਹੈ। ਸੋਹਿਲੇ ਦੀ ਬਾਣੀ ਤੋਂ ਬਾਅਦ ਅਰਦਾਸ ਉਹ ਪੂਰੀ ਕਰਨ ਦੀ ਲੋੜ ਨਹੀਂ, ਉੱਥੇ ਲਿਖਿਆ ਬਸ ਸੋਹਿਲੇ ਦੀ ਬਾਣੀ ਸੌਣ ਤੋਂ ਪਹਿਲਾਂ ਪੜ੍ਹਨੀ ਹੈ। ਇਹ ਸਾਡਾ ਨਿਤਨੇਮ ਹੈ, ਜਿਹਦਾ ਸਵਰੂਪ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਪੰਥ ਨੇ ਸਾਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਜੋ ਨੇਮ ਸੀ ਉਹ ਵਕਤ ਦੇ ਹਿਸਾਬ ਨਾਲ ਬਦਲਦੇ ਰਹੇ, ਔਰ ਪ੍ਰਵੇਸ਼ ਜੋ ਹੈ ਨਿਤਨੇਮ ਦਾ ਜਾਂ ਜੋ ਅਰਮਤਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਹੋਈ ਹੈ। ਥੈਂਕ ਯੂ ਸੋ ਮਚ ਭਾਈ ਸਾਹਿਬ ਜੀ। ਜੀ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਚੀਜ਼ਾਂ ਦੀ ਕਲੈਰਿਟੀ ਮਿਲੀ ਹੈ, ਛੋਟੀ ਛੋਟੀਆਂ ਚੀਜ਼ਾਂ, ਕਿਉਂਕਿ ਅਸੀਂ ਸਾਨੂੰ ਆਈ ਥਿੰਕ ਬੇਸਿਕਲੀ ਤਾਂ ਪਤਾ ਸੀ ਕਿ ਪੰਜ ਬਾਣੀਆਂ ਜਿਹੜੀਆਂ ਨਿਤਨੇਮ ਵਿੱਚ ਆਉਂਦੀਆਂ ਹਨ, ਲੇਕਿਨ ਜਿਸ ਤਰੀਕੇ ਨਾਲ ਤੁਸੀਂ ਅੱਜ ਐਕਸਪਲੇਨ ਕੀਤਾ ਉਸ ਨਾਲ ਹੋਰ ਸਾਨੂੰ ਬਹੁਤ ਕਲੈਰਿਟੀ ਮਿਲੀ ਹੈ ਤੇ ਕਿਉਂ ਜ਼ਰੂਰੀ ਹੈ ਇਸ ਚੀਜ਼ ਦਾ ਵੀ ਸਾਨੂੰ ਪਤਾ ਲੱਗਿਆ ਹੈ। ਇੱਕ ਅਰਦਾਸ ਦੀ ਚੀਜ਼ ਜੋ ਮੈਨੂੰ ਪਰਸਨਲੀ ਖੁਦ ਨੂੰ ਵੀ ਨਹੀਂ, ਜਿਸ ਤਰ੍ਹਾਂ ਸਵੇਰ ਵੇਲੇ ਦੇ ਨੇਮ ਤੋਂ ਬਾਅਦ ਤੇ ਸ਼ਾਮ ਵੇਲੇ ਦੇ ਨੇਮ ਤੋਂ ਬਾਅਦ ਵੀ ਅਰਦਾਸ ਕਰਨੀ ਜ਼ਰੂਰੀ ਹੈ, ਪੂਰੀ ਪ੍ਰੋਪਰ ਅਰਦਾਸ ਕਰਨੀ। that was something which I also learned ਭਾਈ ਸਾਹਿਬ ਜੀ। ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਤੁਹਾਡਾ ਬਹੁਤ ਧੰਨਵਾਦ ਤੇ ਅਸੀਂ ਫਿਰ ਅਗਲੇ ਹਫਤੇ ਤੁਹਾਡੇ ਨਾਲ ਫਿਰ ਕਨੈਕਟ ਕਰਾਂਗੇ ਤੇ ਹੋਰ ਇੱਕ ਕਿਸੇ ਹੋਰ ਟੌਪਿਕ ਦੇ ਉੱਤੇ ਕੋਈ ਕੁਐਸਚਨ ਜਿਸ ਦੇ ਨਾਲ ਸਾਡੇ ਬੇਸਿਕਸ ਕਲੀਅਰ ਹੋ ਸਕਣ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ। ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।